ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਂਝ ਮਹਲਾ ਤੀਜਾ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨ ਜੋ ਹੈ ਦੁਖ ਨ ਸੰਤਾਪੇ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨ ਜੋ ਹੈ ਦੁਖ ਨ ਸੰਤਾਪੇ। ਹਉ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਰਹਾਉ ਗੁਰਮੁਖ ਅਨਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਬਾਜ ਗੁਰੂ ਹੈ ਅੰਧ ਅੰਧਾਰਾ, ਜਮਕਾਲ ਗ੍ਰਠੇ ਕਰਹਿ ਪੁਕਾਰਾ। ਅਨਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮਹਿ ਦੁਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਉਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਉਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮ ਸਮੇਂ ਓਂਟਾਰੀਓ ਖਾਲਸਾ ਦਰਬਾਰ ਦੇ ਇਸ ਪਾਵਨ ਅਸਥਾਨ ਤੋਂ ਗੁਰੂ ਦਰਬਾਰ ਦੀ ਅਸੀਂ ਹਜ਼ੂਰੀ ਆਭਾ ਮਾਣ ਰਹੇ ਹਾਂ। ਸਤ ਸੰਗਤ ਦੇ ਇਹਨਾਂ ਪਲਾਂ ਨੂੰ ਮਾਣਦਿਆਂ ਹੋਇਆਂ ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆ ਦਾ। ਇਸ ਵਿੱਚ ਮਾਂਝ ਰਾਗ ਚੱਲ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਅਸ਼ਟਪਦੇ ਅਸੀਂ ਵਿਚਾਰ ਰਹੇ ਹਾਂ। ਲਮੇਰੇ ਸ਼ਬਦ ਦੇ ਕੁਝ ਹਿੱਸੇ ਵਿਚਾਰੇ ਨੇ, ਕੁਝ ਪਦੇ ਅੱਜ ਵਿਚਾਰਨ ਦਾ ਯਤਨ ਹੋਏਗਾ। ਹਮੇਸ਼ਾ ਦੀ ਤਰ੍ਹਾਂ ਵਿਚਾਰ ਪ੍ਰਾਰੰਭ ਕਰਾਂਗੇ ਰਹਾਉ ਦੇ ਪਦੇ ਤੋਂ, ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ, ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਆਪਣੇ ਤੇ ਬਾਤ ਟੁਕਾਈ, ਕਿਆ ਮੈਂ ਆਪਣਾ ਆਪਾ ਵਾਰਦਾ ਹਾਂ, ਮੈਂ ਕੁਰਬਾਨ ਜਾਨਾ ਹਾਂ। ਕਿਹਨਾਂ ਤੋਂ? ਹਰ ਹਰ ਨਾਮ ਸੁਹਾਵਣਿਆ, ਜਿਨ੍ਹਾਂ ਨੇ ਹਰੀ ਨਾਮ ਦੇ ਨਾਲ ਆਪਣੀ ਐਸੋਸੀਏਸ਼ਨ ਬਣਾਈ ਤੇ ਉਹਦੇ ਸਦਕਾ ਆਪਣੇ ਜੀਵਨ ਦੇ ਸੁਹੱਪਣ ਨੂੰ ਮਾਣਿਆ। ਸੋਹਣੇ ਹੋ ਗਏ, ਸੋਹਣੇ ਜੀਵਨ ਵਾਲੇ ਹੋ ਗਏ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇ ਚਿਤ ਲਾਵਣਿਆ। ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੋਇਆ, ਮੀਨ ones who are ready to live their lives according to Guru's teachings, Guru's school of thought, they are so much in pleasure, ਉਸ ਖੁਸ਼ੀ ਦੀ ਇੰਤਹਾ ਦੇ ਵਿੱਚ ਨੇ ਜਿੱਥੇ ਉਹਨਾਂ ਦਾ ਚਿੱਤ ਨੱਚ ਰਿਹਾ ਤੇ ਗਾ ਰਿਹਾ ਹੈ। ਉਹਦੀ ਬਾਤ ਹੋਈ। ਜਿਨ੍ਹਾਂ ਨੂੰ ਇਹ ਅੰਤਰੀਵ ਖੁਸ਼ੀ ਮਿਲੀ, ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਗੁਰੂ ਅਮਰਦਾਸ ਸਾਹਿਬ ਇਹ ਬਾਤ ਕਹਿੰਦੇ। ਇਸੇ ਦਾ ਰਹਾਉ ਦਾ ਪਦਾ ਜੋ ਸੀ ਵਿਚਾਰ ਮੁਸਲਸਲ ਕਰਦੇ ਹੋਏ ਜਿੱਥੇ ਪਹੁੰਚੇ ਸੀਗੇ, ਇਹ 6 ਨੰਬਰ ਪਦਾ ਆ। ਗੁਰੂਦੇਵ ਜ਼ਿਕਰ ਕਰਦੇ, ਗੁਰਮੁਖ ਅਨਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਜਿਨੇ ਗੁਰੂ ਅਨੁਸਾਰੀ, ਗੁਰੂ ਵੱਲ ਮੁਖ ਕੀਤਾ, ਗੁਰੂ ਆਸ਼ੇ ਨੂੰ ਜੀਵਨ ਵਿੱਚ ਅਡਾਪਟ ਕਰਨ ਵਾਸਤੇ ਆਪਣੇ ਆਪ ਨੂੰ ਰੈਡੀ ਕੀਤਾ, ਕਿਆ ਉਹਦੀ ਵਡਿਆਈ ਇਹ ਹੈ, ਗੁਰਮੁਖ ਅਨਦਿਨ ਸ਼ਬਦੇ ਰਾਤਾ। ਰਾਤ ਦਿਨ, ਅਨਦਿਨ ਦਾ ਮਤਲਬ ਇਹ ਹੈ
ਅਨ ਮਿਨ ਹਨੇਰਾ, ਦਿਨ ਮਿਨ ਦਿਨੀਅਰ ਜਦੋਂ ਰੌਸ਼ਨੀ ਹੁੰਦੀ ਹੈ। ਸੋ ਰਾਤ ਦਿਨ ਸ਼ਬਦੇ ਰਾਤਾ, ਉਸ ਸ਼ਬਦ ਵਿੱਚ ਰਤ ਗਿਆ। ਹੁਣ ਇਹਦਾ ਲੈਵਲ ਵੀ ਸਮਝਿਆ ਜਾਏ। ਭਾਰਤੀ ਖਿੱਤਾ ਪੂਜਾ ਦਾ ਖਿੱਤਾ ਰਿਹਾ, ਵਰਸ਼ਿਪਿਜ਼ਮ ਉੱਥੇ ਬਹੁਤ ਜ਼ੋਰਾਵਰ ਰਿਹਾ, ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ, ਐਂਸ਼ੀਅੰਟ ਟਾਈਮ ਤੋਂ ਅੱਜ ਤੱਕ ਇਹ ਐਕਸਰਸਾਈਜ਼ ਰਹੀ ਆ ਉੱਥੇ। ਅਤੇ ਜਦੋਂ ਆਪਾਂ ਪੂਜਾ ਦੀ ਗੱਲ ਕਰਦੇ ਹਾਂ, ਤਾਂ ਪੂਜਾ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਖਾਨੇ ਬਣਾ ਕੇ ਜ਼ਿੰਦਗੀ ਨਹੀਂ ਜੀਣੀ ਹੁੰਦੀ ਵੀ ਆਹ ਸਮਾਂ ਇਸ ਕੰਮ ਨੂੰ ਡੈਡੀਕੇਟਿਡ ਹੈ, ਉਦੋਂ ਬਾਅਦ ਆਹ ਸਮਾਂ ਇਹਨਾਂ ਚੀਜ਼ਾਂ ਨੂੰ ਡੈਡੀਕੇਟਿਡ ਹੈ। ਇਸ ਰੂਪ ਦੇ ਵਿੱਚ ਸਵੇਰੇ ਉੱਠੇ, ਕੁਝ ਖਾਸ ਤਰੀਕੇ ਨਾਲ ਪੂਜਾ ਅਰਚਨਾ ਕੀਤੀ, ਮਾਈ ਰਿਲੀਜੀਅਸ ਡਿਊਟੀਜ਼ ਆਰ ਡਨ, ਨਾਓ ਆਈ ਐਮ ਟੋਟਲੀ ਫਰੀ, ਵਟ ਐਵਰ ਆਈ ਵਾਂਟ ਟੂ ਡੂ ਆਈ ਕੈਨ ਡੂ ਇਟ। ਹੁਣ ਇਸ ਰੂਪ ਵਿੱਚ ਬਾਤ ਆਉਂਦੀ। ਇਸ ਨੂੰ ਜੇ ਬਹੁਤ ਸਿੰਪਲ ਐਗਜ਼ਾਮਪਲ ਕਰਕੇ ਦੇਵਾਂ, ਜਿਵੇਂ ਸਾਡੇ ਤੁਸੀਂ ਜਿੰਨਾ ਵੀ ਪੰਜਾਬੀ ਗਵਈਆ ਜਗਤ ਹੈ ਉਹਨੂੰ ਦੇਖੋਗੇ, ਉਹ ਕਿਤੇ ਅਖਾੜਾ ਲਾ ਰਹੇ ਨੇ, ਕਿਤੇ ਕੁਛ ਵੀ ਲਾ ਰਹੇ ਨੇ। ਸਭ ਤੋਂ ਪਹਿਲਾਂ ਚਲੋ ਜੀ ਲਾਓ, ਹੁਣ ਇੱਕ ਨਾ ਪਹਿਲਾਂ ਧਾਰਮਿਕ ਗੀਤ ਸ਼ੁਰੂ ਕਰਦੇ ਹਾਂ ਤੁਹਾਡੇ ਵਾਸਤੇ। ਸੋ ਆਓ ਪਹਿਲਾਂ ਇੱਕ ਧਾਰਮਿਕ ਗੀਤ ਗਾ ਲਈਏ। ਉਹ ਗਾ ਲਿਆ, ਉਸ ਤੋਂ ਭਾਵੇਂ ਅਗਲੇ ਸਟੈਪ ਦੇ ਵਿੱਚ ਹੀ ਜੋ ਗਾਇਆ ਗਿਆ ਬਿਲਕੁਲ ਉਹਦਾ ਉਲਟ ਹੋ ਜੇ ਸ਼ੁਰੂ। ਮਤਲਬ ਇੱਕੋ ਗੀਤ ਗਾਉਣ ਦੀ ਬਜਾਏ ਵੀ ਕੋਈ ਧਾਰਮਿਕ ਗੀਤ ਗਾਤਾ, ਕੁਝ ਇਸ ਕਿਸਮ ਦੇ ਕੁਝ ਬੋਲ ਗਾ, ਤੇ ਇਹਦੇ ਮੁਕਾਬਲਤਨ ਜੇ ਸਾਰੇ ਨੂੰ ਹੀ ਮਿਆਰੀ ਗਾਏ, ਉਹ ਬੈਟਰ ਨਹੀਂਗਾ। ਜੇ ਸਵੇਰੇ 2-4 ਪਲ ਕਿਸੇ ਖਾਸ ਕਿਸਮ ਦੀ ਪੂਜਾ ਵਿੱਚ ਨਾ ਲਗਾ ਕੇ, ਜੇ ਪੂਰੇ ਦਿਨ ਨੂੰ ਕਿਸੇ ਹਾਇਰ ਲੈਵਲ ਦੇ ਸਕੂਲ ਆਫ ਥਾਟ ਦੀ ਉਸ ਇਨਫਲੂਐਂਸ ਦੇ ਵਿੱਚ ਉਹਦੀ ਛਤਰ ਛਾਇਆ ਹੇਠ ਬਤੀਤ ਕਰੇ, ਉਹ ਜ਼ਿਆਦਾ ਬੈਟਰ ਨਹੀਂਗਾ। ਗੁਰਮਤਿ ਇਹ ਕਹਿੰਦੀ, ਗੁਰਮੁਖ ਉਹ ਹੈ ਜਿਹੜਾ ਸ਼ਬਦ ਵਿੱਚ ਰਤਦਾ ਅਨ ਦਿਨ, ਜੀਵਨ ਦੇ ਹਰ ਪੜਾਅ ਦੇ ਵਿੱਚ, ਹਰ ਪਰਿਪੇਖ ਦੇ ਵਿੱਚ। ਦੇਖੋ, ਜੇ ਆਪਾਂ ਨੂੰ ਹੋਰ ਸਿੰਪਲ ਕਰਕੇ ਦੇਖਣਾ ਹੋਏ, ਗੁਰੂ ਨਾਨਕ ਸਾਹਿਬ ਸਤਿਗੁਰੂ ਦੇ ਰੂਪ ਵਿੱਚ ਪੂਰੇ ਨੇ। ਮਤਲਬ ਸਤਿਗੁਰੂ ਹੋਏ ਜਿਹਦੇ ਕੋਲੋਂ ਰੂਹਾਨੀ ਤੌਰ 'ਤੇ ਆਪਾਂ ਸੇਧ ਲੈਣੀ ਹੈ, ਉਹ ਤਾਂ ਗੁਰੂ ਨਾਨਕ ਹੀ ਹੋਏ, ਜਿਹਦੇ ਬਾਬਤ ਭਾਈ ਗੁਰਦਾਸ ਜੀ ਨੇ ਕਿਹਾ ਵੀ ਜਾਹਰ ਪੀਰ ਜਗਤ ਗੁਰ ਬਾਬਾ। ਜਗਤ ਗੁਰੂ ਬਾਬਾ ਜਿਹੜਾ, ਉਸ ਤੋਂ ਉਹ ਪੂਰਾ। ਪਰ ਗੁਰੂ ਸਾਹਿਬ ਸਿਰਫ ਸਤਿਗੁਰੂ ਦੇ ਰੂਪ ਵਿੱਚ ਪੂਰੇ ਨਹੀਂ ਹੈਗੇ, ਜ਼ਿੰਦਗੀ ਦੇ ਹਰ ਰੂਪ ਵਿੱਚ ਪੂਰੇ ਨੇ। ਉਹਨਾਂ ਨੂੰ ਤੁਸੀਂ ਇੱਕ ਬੇਟੇ ਦੇ ਰੂਪ ਵਿੱਚ ਦੇਖੋ। ਹੁਣ ਬੇਟਾ ਨੋ ਡਾਊਟ ਉਹਨਾਂ ਦੀ ਇੱਕ ਆਪਣੀ ਆਈਡੀਓਲੋਜੀ ਹੈ, ਆਪਣਾ ਸਕੂਲ ਆਫ ਥਾਟ ਹੈ, ਆਪਣੀ ਵਿਚਾਰਧਾਰਾ ਹੈ, ਆਪਣੀ ਖਿਆਲੀਅਤ ਹੈ ਜੀਵਨ ਜੀਣ ਦੇ ਤਰੀਕੇਕਾਰਤਾ ਦੇ ਵਿੱਚ। ਪਿਤਾ ਉਹਦੇ ਨਾਲ ਐਗਰੀ ਨਹੀਂ ਕਰਦਾ। ਪਿਤਾ ਨੂੰ ਲੱਗਦਾ ਨਹੀਂ ਇਹ ਤੇ ਠੀਕ ਨਹੀਂ। ਪਰ ਸੱਚ ਇਹ ਹੈ, ਬਾਬਾ ਨਾਨਕ ਜੀ ਦਾ ਸਮੁੱਚਾ ਜੀਵਨ ਪੜ੍ਹ ਕੇ ਦੇਖੋ, ਕਿਸੇ ਸੋਰਸ ਵਿੱਚ ਪੜ੍ਹ ਕੇ ਦੇਖੋ, ਪਿਤਾ ਜ਼ਰੂਰ ਤਲਖ ਰਿਹਾ, ਪਿਤਾ ਜ਼ਰੂਰ ਝਗੜਦਾ ਰਿਹਾ, ਪਿਤਾ ਜ਼ਰੂਰ ਲੜਦਾ ਰਿਹਾ, ਪਿਤਾ ਜ਼ਰੂਰ ਸ਼ਿਕਾਇਤ 'ਚ ਰਿਹਾ। ਬਾਬਾ ਜੀ ਇੱਕ ਵਾਰ ਵੀ ਸ਼ਿਕਾਇਤ 'ਚ ਨਹੀਂ। ਈਵਨ ਜਿਸ ਦਿਨ ਥੱਪੜ ਵੀ ਲਗਾਇਆ, ਉਸ ਦਿਨ ਵੀ ਬਾਬਾ ਨਾਨਕ ਨੇ ਸ਼ਿਕਾਇਤ ਨਹੀਂ ਕੀਤੀ। ਈਵਨ ਇਸ ਰੂਪ ਵਿੱਚ ਵੀ ਕਿਤੇ ਨਹੀਂ ਬਿਆਨ ਕੀਤਾ ਕਿ ਜਦੋਂ ਪਿਤਾ ਜੀ ਨੇ ਇਸ ਰੂਪ ਵਿੱਚ ਪਨਿਸ਼ ਕਰਨ ਦੀ ਟਰਾਈ ਕੀਤੀ ਹੋਏ ਤੇ ਆਪਣੇ ਆਪ ਨੂੰ ਐਸਕੇਪ ਕਰਨ ਦੀ ਟਰਾਈ ਕੀਤੀ ਹੋਏ, ਨਾ ਆਖਿਆ ਪਿਤਾ ਦੇ ਰੂਪ ਵਿੱਚ ਇਹਨਾਂ ਦੇ ਕੋਲ ਹਕੂਕ ਹੈ ਇਹਦਾ। ਸੋ ਇੱਕ ਬੇਟੇ ਦੇ ਰੂਪ ਵਿੱਚ ਪੂਰੇ। ਫਿਰ ਇਕੱਲਾ ਇਸ ਰੂਪ ਵਿੱਚ ਨਹੀਂ ਗਾ, ਤੁਸੀਂ ਹੋਰ ਦੇਖੋਗੇ ਇੱਕ ਭਰਾ ਦੇ ਰੂਪ ਵਿੱਚ ਵੀ ਪੂਰੇ ਨੇ ਉਹ। ਤੁਸੀਂ ਥੋੜਾ ਹੋਰ ਅੱਗੇ ਆਓ, ਇੱਕ ਪਤੀ ਦੇ ਰੂਪ ਵਿੱਚ ਵੀ ਪੂਰੇ ਨੇ। ਥੋੜਾ ਹੋਰ ਅੱਗੇ ਆਓ, ਇੱਕ ਪਿਤਾ ਦੇ ਰੂਪ ਵਿੱਚ ਵੀ ਪੂਰੇ ਨੇ। ਤੁਸੀਂ ਹਰ ਰੋਲ 'ਚ ਦੇਖੋਗੇ। ਸ਼ਬਦ 'ਚ ਰਤਨਾ ਸਮਝੀਏ। ਸ਼ਬਦ ਸਿਰਫ ਕਿਤੇ 1-2-4 ਪਲ ਜਾਂ ਕੁਝ ਸਮਾਂ ਚੌਂਕੜਾ ਲਗਾ ਕੇ ਸ਼ਬਦ ਪੜ੍ਹਨਾ, ਸ਼ਬਦ ਸਹੇਜਣਾ, ਇਹ ਤੇ ਇੱਕ ਤਰ੍ਹਾਂ ਦੇ ਨਾਲ ਲਰਨਿੰਗ ਟਾਈਮ ਸਪੈਂਡ ਕਰਨ ਦੀ ਗੱਲ ਆ। ਜੋ ਲਰਨ ਕੀਤਾ ਹੈ, ਜੋ ਅਕਿਮੂਲੇਟ ਕੀਤਾ ਆ, ਉਹਨੂੰ ਜੀਵਨ ਦੇ ਹਰ ਪਹਿਲੂ ਵਿੱਚ ਯੂਜ਼ ਕਰਨਾ, ਇਹ ਗੁਰਮੁਖਤਾ ਹੀ ਹੈ। ਇਹ ਗੁਰੂ ਸਿਖਾ ਰਿਹਾ ਹੈ। ਗੁਰਮੁਖ ਅਨੰਦਿਨ ਸ਼ਬਦੇ ਰਾਤਾ। ਮੈਂ ਪਾਠੀ ਹੋਵਾਂ ਤੇ ਕਮਾਲ ਦਾ ਪਾਠੀ ਹੋਵਾਂ, ਮਤਲਬ ਬੜੇ ਭਾਵ ਵਿੱਚ ਪਾਠ ਕਰਾਂ, ਪਰ ਉਸ ਪਾਠ ਨੂੰ ਜੀਵਨ ਦੇ ਅਮਲ ਦੇ ਵਿੱਚ ਲਿਆ ਨਾ ਪਾਵਾਂ। ਮੈਂ ਸ਼ਬਦ 'ਚ ਰਤਿਆ ਨਹੀਂਗਾ, ਇਹ ਮੰਨ ਲਿਆ ਜਾਏ। ਮੈਂ ਸ਼ਬਦ ਗਾਵਾਂ ਤੇ ਕਮਾਲ ਦਾ ਗਾਵਾਂ, ਐਸਾ ਗਾਵਾਂ ਕਿ ਸਮਾਂ ਰੁਕ ਜਾਏ,
पर वो गाउणा मेरे जीवन के अमलों विच ना टले। ये शब्दे राता नहीं गा, फिर ये है शब्दे रत्ना। गुरमत ये सिखाउंदी, गुरु ये सिखाउंदा, गुरु कहंदा इत्थे आउणा है, ये आइडियल आ। वो सिर्फ एक शुरुआत आ। इसे करके भारती खिते का जिहड़ा बहुता धर्म ते धर्म का प्रसंग आ, जिहड़ी उहदी नरेशन आ, जिहड़ा उहदा नरेटिव आ, वो गुरमत के सामने बहुत बोना हो जाता। एंड समटाइम पीपल से हाउ कैन यू से दैट तुहाडा स्कूल ऑफ थॉट इस लैवल ते है, क्योंकि गुरु साहब ने बड़ा लिटरली तौर पर क्या अध्यात्म वर्ड तुसीं सुनिया होएगा। भारती खिते अध्यात्मकता या अध्यात्म बहुत वर्ड यूज किया जाता। इफ वी ट्रांसलेट इन इंग्लिश लैंग्वेज वी यूज स्पिरिचुअलिटी, इफ वी ट्रांसलेट इन पर्शियन और अरेबिक लिटरेचर वी ट्रांसलेट इट रूहानियत। जदों बाबा जी अध्यात्म वर्ड यूज करते बाणी दे विच, ते बाबा जी लिटरली तौर पर कहते अध्यात्म कर्म करें तैं साचा। अध्यात्मकता बोल बाणी की चीज नहीं है, ये सच्चे कर्म करन दी चीज है। जे वो है तो फिर तो ठीक है, अदरवाइज मुक्त भेद क्या जाने काचा। जिस है ही जीवन में कच, उन्होंने की पता मुक्ति की होंगी, मोक्ष की होंगे, उन्होंने की पता सैल्वेशन किस चिड़िया का नाम है। वो तो कितने सुपरफिशियल अंडरस्टैंडिंग चला गया आ। गुरमुख हो जिहड़ा शब्द च रत गया, जिन्होंने शब्द ने इस लैवल ते इस तरह कह लो कि शब्द उन्होंने अंगेज करके नाल लै गया, उंगल ला के। जिथे जिथे वो जीवन में वॉक करता आ, शब्द उन्होंने गाइड करता आ, शब्द उन्होंने एस्कॉट करता आ, शब्द उन्होंने लीड करता आ। ये है शब्द विच रत्ना। वी कैन कीप ऑन स्पीकिंग इन दैट डायरेक्शन इफ वी वांट, बट बिकॉज वी हैव होल शब्द हेयर। बाबा जी गुरु अमरदास साहब इस पदे च दी बात शुरू कर दे, गुरमुख अनदिन शब्दे राता, गुरमुख जुग चारे है जाता। जुग चारे है जाता, चार जुगां दे विच जाते जाना। इनू इस लैवल ते देखिए, बंदे दे च एक भावना रही है कि मैं ना, मैनू लोक मानता देण, मेरी मेरी होंद होए, मैनू आला दुआला सरल किया जाए। आपां कोई गल करते हैं, आपां किसे तो उसकी तस्दीकीयत चाहुंदे हैं भी मैं ठीक किया ना, मैं आ गल कही ठीक कही ना उन्होंने। या असीं कई बारी ऑफिस च काम करके आए, तुसीं कोई घर आए, घर दे च ना पेरेंट्स नूं पता है ऑफिस च किवें वर्क हुंदा। सपोज दी वाइफ करके आई तो हसबैंड नूं नहीं पता है, हसबैंड करके आया वाइफ नूं नहीं पता, बच्चों नूं कुछ पता भी नहीं। पर आप देखोगे कई बारी बंदा घर आके वो गल डिस्कस करता, आए कहिंदा अज ना ऑफिस दे विच मेरे कुलीग ने आ गल कही, मैं उन्होंने फिर जवाब आ दिता इस रूप दे विच। हुण उन्होंने तो पता ही नहीं किस सिनैरियो च गल होई होएगी, की बात हुई किस तरीके नाल। एक्चुअली मैं उन्हां तो मानता चाहुंदा वा, मेरा मन तसल्ली चाहुंदा भी मैं ठीक किया, मैं इत्थे सही सीगा। आ रूप बंदे दी एक मनुखी मन की कमजोरी है, उन्होंने जिन्नी देर तक आला दुआला तसल्ली नहीं देंदा। जिवें सपोज करो मैं दस्तार ही बननी है, सिंपल एग्जाम्पल करदा, मेरा हथ सालों के साल हो गए बनते नूं, हथ नूं पता हो लड़ इत्थे आउणा है, पग इत्थे रखी लड़ बनता इस रूप दे बन ली, पर मैनूं तसल्ली नहीं होनी। तसल्ली कदों होनी है? जदों मैं शीशे मूहरे जावांगा, मैनूं है हुण ठीक दसिया, हद हो गई, हथ मेरा आ, एक्सपीरियंस मैनू आ, तो मैं नहीं 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 नहीं, क्योंकि मानता उन्हें देनी है। ये जिहड़ा जुग चारे है जाता, मतलब इस तरीके की बात जिहड़ी यूनीवर्सल लैवल ते सही होए, मैनू किते भी कोई गलत ना कहे, वो भावें पिछोकड़ विच कोई होए। हुण सपोज करो इसनूं ये टोटल ह्यूमन साइकोलॉजी की गल हो रही है, गुरु साहब जी गल करते हैं, इहो जिहा काम करता जिहड़ा काम परिवारक कदरां कीमतां दे नाल ठीक नहीं सीगा। सुता रात नूं सुते नूं सुपना आया, पापा जी दिसे सी सुपने च, पिछोकड़ जो कोई आवाज आ रही, तू साडी विरासत च फिट नहीं बैठ रहा। ये चीज़ां बहुत डीप होंदियां। अमल अमाल तोड़ के बंदा किते सज्जे खब्बे चला जाए, किसी इन्फ्लुएंस विच, किसी बात दे विच गिल्ट
छोटी चीज नहीं गी, बहुत वड्डी चीज है। गिल्टी फील करना किते इट्स बिग टाइम एक्चुअली पनिशमेंट। खलील जिब्रान बड़ा बड़ा लिखारी है, आपने ना सुनिया होना जरूर। उन्होंने किसी ने पूछा सी खलील दुनिया की सब तो बड़ी सजा की है? वो कहता है किसी ਉਹਦੇ ਨਾਲ ਸਾਥੀ ਸੀਗਾ, ਉਹਨੇ ਕਿਹਾ ਇਹਦੇ ਚ ਕਿਹੜੀ ਵੱਡੀ ਗੱਲ ਆ, ਕੈਪੀਟਲ ਪਨਿਸ਼ਮੈਂਟ ਡੈਥ ਹੀ ਆ, ਹੋਰ ਕੀ ਹੈ? ਖਲੀਲ ਜਿਬਰਾਨ ਕਹਿੰਦਾ ਨਹੀਂ, ਕਹਿੰਦਾ ਸਭ ਤੋਂ ਵੱਡੀ ਸਜ਼ਾ ਇਹ ਹੈ ਕਿ ਬੰਦਾ ਕੋਈ ਇਹੋ ਜਿਹਾ ਕੰਮ ਕਰੇ ਜਿਹੜਾ ਗਲਤ ਹੋਏ ਤੇ ਉਹ ਕਰ ਲਵੇ ਤੇ ਮੁੜ ਕੇ ਉਹਨੂੰ ਉਸ ਸਾਰੇ ਗਲਤ ਦਾ ਪਤਾ ਲੱਗ ਜੇ ਤੇ ਹੁਣ ਉਹ ਸੁਧਾਰ ਨਾ ਸਕੇ ਤੇ ਉਹਦੇ ਗਿਲਟ ਵਿੱਚ, ਉਹਦੇ ਰਿਗਰੈਟ ਵਿੱਚ ਜੀਏ। ਇਸ ਤੋਂ ਵੱਡੀ ਸਜ਼ਾ ਕੋਈ ਨਹੀਂ ਹੈ। ਕਿਉਂਕਿ ਆ ਜਿਹੜਾ ਰੂਪ ਆ, ਇਹ ਚੀਜ਼ਾਂ ਬੰਦੇ ਦੀ ਜ਼ਹਿਨੀਅਤ ਜਿਸ ਰੂਪ ਵਿੱਚ ਆਉਂਦੀਆਂ, ਜਦੋਂ ਗੁਰੂ ਵੱਲ ਮੂੰਹ ਕਰਕੇ ਜੀਆਂਗੇ, ਫਿਰ ਭਾਵੇਂ ਪਿੱਛੇ ਵੇਖੀਏ। आपने शब्द पढ़िया होना, कई बारी बात हुई, कई सज्जना ने पूछा बाबा जी आ शब्द के की अर्थ बनते ने? आगे सुख मेरे मीता, पाछे आनंद प्रभ कीता, परमेश्वर बनत बनाई, फिर डोलत कतहु नाही। ये की गल है? ये जिस मर्जी लैवल ते लै जाए बंदे नूं। बंदा भगत फरीद जी ने 1000 साल पहला होए ने जो बोल कहे ने यूनीवर्सल ट्रुथ आ, जिन्ने उदों उन्हां दी जिहड़ी इंपोर्टेंस सीगी, सिग्निफिकेशन सीगी, अज भी उन्नी है। भावें तुसीं 4 युगां तक चले जाओ, सच सच रहना, झूठ झूठ रहना, गलत गलत रहना, ठीक ठीक रहना। जिहड़ा गुरु वाल मूँह करके चलदा, वो वक्ती तौर पर किसी किस्म की मानता के उत्ते बिलीव ना करता भी वक्ती तौर पर मैनू अज कोई मैं जस्टिफाई करदा, मैं अज जो किया मैं ठीक किया है भाई। नहीं, जुग चारे वो करदा ठीक, जिहड़ा हर समय हर वक्त हर लैवल दे विच ठीक ही लगेगा, सही लगेगा। इसनूं आप कई रूपों में देखोगे। जिवें आपां सिख तवारीख पढ़ते हैं, सिख तवारीख दे विच सिख ने जुल्म सिया नहीं, उहदे खिलाफ आवाज़ चुकी है। जुल्म होया बहुत सिख ते सिख आवाज़ चुकदा रहा। सिख रजीम ताकत च आया, उन्हें जुल्म नहीं किया। कई बारी अज दे असीं कई भी क्राइटेरिया च सोचते हैं भी ना, जे अज सानू कुट पै रही उस खिते दे विच ते ना जदों साडे कोल साडे हथ डंडा आया सीगा सानू भी एवें यूज़ करना चाहिए सी, जिवें अज जिहदे हथ डंडा आया वो यूज़ कर रहा है ना इस लैवल ते। कोई गल ये है, जे मुगलों ने डंडा चुक के जुल्म किया वो गलत नहीं। दुनिया की हर किताब कहिंदी, हर क्राइटेरिया कहंदा। तो जे अज कोई डंडा चुक के जुल्म कर रहा है तो दुनिया का हर क्राइटेरिया गलत कहेगा। मिथिहास का करैक्टर है हरनाकश। हिस्टोरिकली कदों होया किस रूप में किसी को नहीं पता है, तो मिथियोलॉजी है ना। भारतीय खिते के लोगों ने अपनी सुरत उसनू इस रूप के अडॉप्ट किया, तो हौली हौली उहो जिहियां राइटिंग्स आईयां, उहो जिहे शास्त्रार्थ किए गए, सब चीज़ां होईयां। पर आप एहसास करो, जदों तक भी मनुख रहेगा, ईस्टर्न स्कूल किते ना किते पढ़िया पढ़ाया जाएगा। जे उहदे च हरनाकश ते प्रहलाद आउणगे करैक्टर के रूप दे विच, किनू किस रूप में वैल्यूएट किया जाएगा? यह है जुग चारे है जाता। एक यूनिवर्सल ट्रुथ जिहड़ी है उस क्राइटेरिया की बात हो रही है। एंड वट बाबा जी सेइंग हियर, दैट इज इंटीग्रिटी, ट्रुथफुलनेस, सचियारता। जिदा मूँह गुरु वाल लिया, वो कहता कोई गल नहीं, वक्ती तौर पर कई बार नुकसान भी होंदा, फाइनैंशियल लॉस हो जाते, सोसाइटी दे विच सोशल लॉस भी हो जाते, फिजिकल चैलेंजेस भी आ जाते। पर क्राइटेरिया उही फॉलो करना जिहड़ा जुग चारां दे विच एक रूप में सच दे नेड़े है। गुरमुख वो है क्योंकि शब्द विच रत गया है। उसनूं एक होर चीज़ कह दें, क्योंकि जो साइकोलॉजी की गल आ गई है बाई चांस, एज ए ह्यूमन बीइंग वी हैव अ सर्टन टाइप ऑफ एबिलिटी ऑफ आवर माइंड। एक एबिलिटी ये होंदी है जिहदे बंदे नूं पता ही कुछ नहीं, बंदा बिल्कुल इनोसेंट है। उसनूं कहा जाता है कि वो अनकॉन्शियस अनकंपैटिबल है। मतलब वो गलत कर रहा, उन्हें पता ही नहीं,
ਕੌਨਸ਼ੀਅਸ ਹੀ ਨਹੀਂ ਉਹਦੀ ਇਸ ਲੈਵਲ ਤੇ ਹੈਗੀ, ਅਵੇਅਰਨੈਸ ਹੀ ਨਹੀਂ ਹੈਗੀ। ਮੋਸਟਲੀ ਪਸ਼ੂ ਇਸ ਲੈਵਲ ਤੇ ਹੁੰਦੇ ਨੇ। ਪਸ਼ੂ ਨੂੰ ਨਹੀਂ ਪਤਾ ਕਿ ਉਹ ਕਿਸੇ ਨੂੰ ਵੱਢ ਰਿਹਾ ਆ, ਕਿਸੇ ਜਿਸ ਪਾਸੇ ਨਹੀਂ ਜਾਣਾ ਚਾਹੀਦਾ ਉਸ ਪਾਸੇ ਜਾ ਰਿਹਾ ਹੈਗਾ ਆ। ਅਨਕੌਨਸ਼ੀਅਸ, ਅਨਕੰਪੈਟੀਬਲ। ਇਹ ਆਈਡੀਅਲ ਅਵਸਥਾ ਨਹੀਂ ਗੀ ਮਨੁੱਖ ਵਾਸਤੇ। ਮਨੁੱਖ ਇਹਦੇ ਲਈ ਬਹਾਨਾ ਵੀ ਨਹੀਂ ਬਣਾ ਸਕਦਾ ਕਿਉਂਕਿ ਕੁਦਰਤ ਨੇ ਇਹਨੂੰ ਐਬਿਲਿਟੀ ਦਿੱਤੀ ਹੈ, ਇਹ ਕੌਨਸ਼ੀਅਸ ਲੈਵਲ ਤੇ ਆਪਣੇ ਆਪ ਨੂੰ ਲਿਆ ਸਕਦਾ ਆ। ਫਿਰ ਦੂਸਰੀ ਅਵਸਥਾ ਆਉਂਦੀ, ਉਹ ਅਵਸਥਾ ਆਉਂਦੀ ਜੇ ਮੈਂ ਸ਼ੀਸ਼ੇ ਦੀ ਗੱਲ ਕੀਤੀ, ਕੋਈ ਸ਼ੀਸ਼ਾ ਵਿਖਾਉਂਦਾ ਤੇ ਉਹ ਕਹਿੰਦਾ ਕਿ ਓਕੇ ਤੂੰ ਨਾ ਅਨਕੰਪੈਟੀਬਲ ਹੈ। ਹੁਣ ਕੀ ਹੋਇਆ? ਹੁਣ ਹੋਇਆ ਕੌਨਸ਼ੀਅਸ ਅਨਕੰਪੈਟੀਬਲ। ਪਹਿਲਾਂ ਸੀਗਾ ਅਨਕੌਨਸ਼ੀਅਸ ਅਨਕੰਪੈਟੀਬਲ, ਪਤਾ ਹੀ ਕੁਝ ਨਹੀਂ। ਦੂਸਰਾ ਹੋ ਗਿਆ ਕੌਨਸ਼ੀਅਸ ਅਨਕੰਪੈਟੀਬਲ। ਇਹਦੇ ਚ ਫਿਰ ਜਦ ਬੰਦਾ ਜੇ ਕੌਨਸ਼ੀਅਸ ਲੈਵਲ ਤੇ, ਸੁਚੇਤ ਲੈਵਲ ਤੇ ਗਲਤੀਆਂ ਨਾ ਕਰ ਸਕਦਾ, ਬਹੁਤ ਔਖਾ ਹੈ, ਲੰਬਾ ਸਮਾਂ ਨਹੀਂ ਹੋ ਸਕਣਗੀਆਂ। ਫਿਰ ਕੀ ਹੋਏਗਾ? ਕੌਨਸ਼ੀਅਸ ਕੰਪੈਟੀਬਲ ਹੋ ਜਾਏਗਾ। ਪਰ ਦਿਸ ਇਜ਼ ਨੋਟ ਆਈਡੀਅਲ। ਨੋ, ਆਈਡੀਅਲ ਪਤਾ ਕੀ ਹੈ? ਆਈਡੀਅਲ ਇਹ ਹੈ ਅਨਕੌਨਸ਼ੀਅਸ ਕੰਪੈਟੀਬਲ। ਅਚੇਤ ਹੀ ਠੀਕ ਹੋਏ। ਗੁਰੂ ਬਾਬਾ ਜੀ ਨੇ ਬਾਣੀ ਜਦੋਂ ਬਿਆਨ ਕੀਤਾ ਨਾ, ਮਨ ਅਚੇਤ ਪਾਪ ਤੇ ਡਰ ਰੇ। ਆਈਡੀਅਲ ਉੱਥੇ ਜਾਣਾ ਆ। ਫਿਰ ਦੇਖਿਓ, ਕਿਉਂਕਿ ਵਕਤੀ ਤੌਰ ਤੇ ਮੈਂ ਕੋਈ ਗਲਤ ਕੋਈ ਕੰਮ ਕੀਤਾ, ਕਿਸੇ ਨੇ ਕਹਿਤਾ ਨਹੀਂ ਨਹੀਂ ਠੀਕ ਹੈ ਬਿਲਕੁਲ। ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਕਿਉਂ ਇਹਨਾਂ ਨਿਗਾਰ ਆ ਗਿਆ? ਕਿਉਂਕਿ ਚਾਪਲੂਸਾਂ ਦਾ ਜਮਾਵੜਾ ਇਕੱਠਾ ਹੋ ਗਿਆ। ਇੱਕ ਬੰਦੇ ਨੇ ਕੋਈ ਕੰਮ ਕੀਤਾ, ਉਹ ਨਹੀਂ ਨਹੀਂ ਤੂੰ ਬਿਲਕੁਲ ਠੀਕ ਕੀਤਾ। ਜੁਗ ਚਾਰੇ ਕ੍ਰਾਈਟੀਰੀਆ ਦੇਖ, ਠੀਕ ਬਣਦਾ ਹੈ, ਜੇ ਠੀਕ ਨਹੀਂ ਬਣਦਾ ਇਹ ਨਹੀਂ ਕਰਨਾ ਚਾਹੀਦਾ। ਜੇ ਕਰੇਗਾ ਅੱਜ ਨਹੀਂ ਤੇ ਕੱਲ ਉਹਦੇ ਕੌਨਸੀਕੁਐਂਸਸ ਤੂੰ ਭੁਗਤੇਗਾ, ਤੇਰੀਆਂ ਜਨਰੇਸ਼ਨਸ ਭੁਗਤਣਗੀਆਂ, ਲੋਕਾਈ ਭੁਗਤੇਗੀ ਤੇ ਤੇਰਾ ਨਾਮ ਉਹਨਾਂ ਅੱਖਰਾਂ ਚੁੱਕ ਕੇ ਰਿਹਾ ਜਾਏਗਾ। ਜਿਵੇਂ ਹਰਨਾਕਸ਼ ਦੀ ਬਾਤ ਕੀਤੀ ਹੈ, ਗੁਰਮੁਖ ਇਹਦੇ ਬਾਰੇ ਅਵੇਅਰ ਹੈ, ਉਹਨੂੰ ਪਤਾ ਆ ਬੜਾ ਛੋਟਾ ਜਿਹਾ ਲਾਈਫ ਦਾ ਸਪੈਨ ਹੈਗਾ, ਅਲਟੀਮੇਟਲੀ ਇੱਥੋਂ ਵਿਦਾ ਹੋ ਜਾਣਾ ਹੈ। ਅਮਲ ਉਹ ਕੀਤੇ ਜਾਣ, ਬਿਕੋਜ਼ ਵੀ ਆਰ ਆਲ ਪੁਟਿੰਗ ਸਮ ਸੋਰਟ ਆਫ ਫੁੱਟਪ੍ਰਿੰਟਸ ਔਨ ਦੀ ਸੋਇਲ। ਅਸੀਂ ਫੁੱਟਪ੍ਰਿੰਟ ਪਾ ਰਹੇ ਹਾਂ। ਇਹ ਫੁੱਟਪ੍ਰਿੰਟ ਅਸੀਂ ਰਹੀਏ ਨਾ ਰਹੀਏ, ਉਹ ਰਹਿਣਗੇ ਇੱਥੇ। ਉਹ ਪਤਾ ਲੱਗੇਗਾ ਆ ਫੁੱਟਪ੍ਰਿੰਟ ਕਿੰਨੇ ਪਾਏ ਨੇ, ਆ ਕਿਹਦਾ ਹੈ ਅਸਲ ਵਿੱਚ ਮਾਰਕ, ਆ ਕਿੱਧਰੋਂ ਆ ਰਿਹਾ ਹੈਗਾ। ਗੁਰਮੁਖ ਇਹਦੇ ਬਾਰੇ ਅਵੇਅਰ ਹੈ, ਤੇ ਅਵੇਅਰ ਵੀ ਕਿਸ ਲੈਵਲ ਤੇ? ਅਨਕੌਨਸ਼ੀਅਸ। ਬਿਲਕੁਲ ਨੂੰ ਪਤਾ ਹੈ ਵੀ ਸੁੱਤੇ ਪਏ ਵੀ, ਸੁੱਤੇ ਸਿੱਧ ਵੀ ਇਸ ਰੂਪ ਵਿੱਚ ਬਾਤ ਨਾ ਆ ਜਾਏ, ਉਹਨੂੰ ਸੁਪਨਾ ਵੀ ਬਦੀ ਦਾ ਨਾ ਆਵੇ। ਇਹ ਆਈਡੀਅਲ ਆ। ਗੁਰਮੁਖ ਇਹ ਹੈ। ਇਸ ਰੂਪ ਵਿੱਚ ਮਾਫੀ ਮੰਗਾਂਗਾ, ਸਾਨੂੰ ਕਈ ਵਾਰੀ ਲਫ਼ਜ਼ਾਂ ਨੂੰ ਯੂਜ਼ ਕਰਨ ਲੱਗੇ ਬੜਾ ਧਿਆਨ ਦੇਣਾ ਚਾਹੀਦਾ। ਮੋਸਟਲੀ ਵੀ ਐਕਚੁਅਲੀ ਸੇ ਫਲਾਣਾ ਬੰਦਾ ਬੜਾ ਗੁਰਮੁਖ ਹੋ ਜੀ ਤੁਸੀਂ ਤੇ। ਵਟ ਇਜ਼ ਦ ਕ੍ਰਾਈਟੀਰੀਆ ਆਫ ਗੁਰਮੁਖ? ਗੁਰੂ ਅਮਰਦਾਸ ਸਾਹਿਬ ਇਜ਼ ਐਕਸਪਲੇਨਿੰਗ ਹੇਅਰ। ਬਚਨ ਹੈ, ਆਪਾਂ ਅੱਗੇ ਤੁਰੀਏ। ਗੁਰਮੁਖ ਅਨਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਬਾਣੀ ਨੇ ਭਾਰਤੀ ਖਿੱਤੇ 'ਚ ਭਗਤੀ ਦੀਆਂ ਕਈ ਡਾਇਮੈਂਸ਼ਨਸ ਦਿੱਤੀਆਂ ਗਈਆਂ ਨੇ। ਅਵਤਾਰਵਾਦ ਦੀ ਭਗਤੀ ਵੀ ਰਹੀ ਹੈ, ਉਹਦੇ 'ਚ ਫਿਰ ਅਵਤਾਰਵਾਦ ਦੇ ਵਿੱਚ ਅੱਗੇ ਫਿਰ ਕਈ ਲੇਅਰਸ ਬਣਦੀਆਂ ਨੇ। ਨਿਰਗੁਣ ਭਗਤੀ ਦੀ ਧਾਰਾ ਵੀ ਰਹੀ ਹੈ, ਉਹਦੇ 'ਚ ਵੀ ਕਈ ਲੇਅਰਸ ਰਹੀਆਂ ਨੇ। ਫਿਰ ਵੱਖਰੇ ਵੱਖਰੇ ਸਾਡੇ ਘਰ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਹਾਲਾਂਕਿ ਸਰਫਸ ਦੀ ਹੈ, ਬਟ ਦੇਰ ਆਰ ਸੋ ਮੈਨੀ ਸੈਕਟਿਜ਼ਮ ਵੀ ਕੈਨ ਈਜ਼ੀਲੀ ਨੋਟਿਸ। ਸਾਡੇ ਦਿਸ ਜਾਂਦੇ ਇਸ ਕਿਸਮ ਦੀਆਂ ਚੀਜ਼ਾਂ। ਪਰ ਜੋ ਗੁਰਮਤ ਦਾ ਕ੍ਰਾਈਟੀਰੀਆ ਉਹ ਬੜਾ ਕਲੀਅਰ ਹੈ ਕਿ ਗੁਰਮੁਖ ਗੁਣ ਗਾਵੇ ਸਦਾ ਨਿਰਮਲ। ਉਹ ਹਮੇਸ਼ਾ ਮੈਲ ਰਹਿਤ ਹੋ ਕੇ ਪ੍ਰਭੂ ਦੇ ਗੁਣਗਾਨ ਵਿੱਚ ਆਪਣੇ ਆਪ ਨੂੰ ਲਗਾਵੇ। ਇਹੀ ਭਗਤੀ ਦਾ ਮੁੱਖ ਕ੍ਰਾਈਟੀਰੀਆ ਹੈਗਾ। ਤੇ ਗੁਰੂ ਬਾਬਾ ਜੀ ਕਹਿੰਦੇ ਸ਼ਬਦੇ ਭਗਤ ਕਰਾਵਣਿਆ। ਤੇ ਇਹੀ ਗੁਰਮੁਖ ਨੂੰ ਪਹਿਚਾਨ ਆ ਗਈ ਕਿ ਸ਼ਬਦ ਦੇ ਰਾਹ ਤੇ ਤੁਰਦਿਆਂ ਹੋਇਆਂ ਇਹੀ ਭਗਤੀ ਕਰਨੀ ਹੈ, ਇਹੀ ਭਗਤੀ ਆਪਣੇ ਜੀਵਨ ਵਿੱਚ ਲਗਾਤਾਰ ਅਪਣਾਉਣੀ ਤੇ ਅਡਾਪਟ ਕਰਨੀ ਹੈ। ਗੁਰਮੁਖ ਦਾ ਕ੍ਰਾਈਟੀਰੀਆ ਇਹ ਹੋ ਗਿਆ। ਅਗਲੀ ਪੰਕਤੀ ਨਾਲ ਲੈ ਲਈਏ, ਬਾਜ ਗੁਰੂ ਹੈ ਅੰਧ ਅੰਧਾਰਾ। ਇਹ ਚੀਜ਼ ਉਨੀ ਦੇਰ ਤੱਕ ਸਮਝ ਨਹੀਂ ਆਉਂਦੀ ਗੁਰਮੁਖ ਨੂੰ, ਕਿਉਂਕਿ ਇਹਦਾ ਅਹਿਸਾਸ ਹੋ ਗਿਆ ਗੁਰੂ ਦੀਵਾ ਆ, ਤੇ ਗੁਰੂ ਦੀਵੇ ਤੋਂ ਬਿਨਾਂ, ਰੋਸ਼ਨੀ ਤੋਂ ਬਿਨਾਂ ਅੰਧ ਅੰਧਾਰ। ਅੰਧ ਅੰਧਾਰ ਜਿੱਥੇ ਬਿਲਕੁਲ ਕਹਿ ਲਓ ਕਿ ਐਸੀ ਹਾਲਤ ਬਣ ਜਾਏ ਜਿਹਨੂੰ ਅਸੀਂ ਮਿਜ਼ਰੀ ਕਹਿੰਦੇ ਹਾਂ ਸਿੰਪਲ ਲੈਵਲ ਤੇ, ਬੜੀ ਮਿਜ਼ਰੇਬਲ ਸਿਚੁਏਸ਼ਨ। ਸਪੋਜ਼ ਕਾਲੀ ਬੋਲੀ ਰਾਤ ਆ ਤੇ ਆਪਾਂ ਕਿਤੇ ਮੂਵ ਕਰਨਾ, ਕਿਸੇ ਪਾਸੇ ਜਾਣਾ, ਸਾਨੂੰ ਰੌਸ਼ਨੀ ਚਾਹੀਦੀ ਹੈ। ਜੇ ਰੌਸ਼ਨੀ ਨਹੀਂ ਹੋਏਗੀ ਤੇ ਡੈਫੀਨੇਟਲੀ ਮੂਵਮੈਂਟ ਤੇ ਆਪਾਂ ਕਰ ਵੀ ਸਕਦੇ ਹਾਂ, ਆਪਾਂ ਤੁਰ ਵੀ ਸਕਦੇ ਹਾਂ, ਗੱਡੀ ਵੀ ਚਲਾ ਸਕਦੇ ਹਾਂ, ਕੁਛ ਵੀ। ਬਟ ਹੋਏਗਾ ਕੀ? ਪੋਸੀਬਿਲਿਟੀ ਆ ਠੋਕਰਾਂ ਲੱਗਣਗੀਆਂ, ਪੋਸੀਬਿਲਿਟੀ ਆ ਸੱਟ ਖਾਵਾਂਗੇ, ਆਪ ਖਾਵਾਂਗੇ, ਦੂਜੇ ਨੂੰ ਸੱਟ ਲੱਗੇਗੀ। ਅੰਧ ਅੰਧਾਰ।
ਇਸੇ ਲਈ ਆਸਾ ਕੀ ਵਾਰ ਵਿੱਚ ਬਹੁਤ ਸ਼ੁਰੂਆਤ 'ਚ ਗੁਰੂ ਬਾਬਾ ਜੀ ਨੇ ਬਾਤ ਕਰ ਦਿੱਤੀ ਕਿ ਚੇਤੇ ਰੱਖੀ, ਜੇਕਰ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਧਰਤੀ ਦੀ ਰੌਸ਼ਨੀ ਮੀਨ ਐਕੈਡੈਮਿਕ ਰੌਸ਼ਨੀ ਲੈ ਲਓ ਤੁਸੀਂ, ਜਿਹੜੀ ਹੈ ਡਿਫਰੈਂਟ ਫਲਸਫਿਆਂ ਦੀ ਰੌਸ਼ਨੀ ਲੈ ਲਓ, ਜੋ ਵੀ ਅਸੀਂ ਕ੍ਰਾਈਟੀਰੀਆ ਦੁਨੀਆਦਾਰੀ ਵਿੱਚ ਵੇਖਦੇ ਹਾਂ, ਇਸ ਕਿਸਮ ਦਾ ਬੜੇ ਰੌਸ਼ਨੀ ਵੰਡਣ ਵਾਲੇ ਸਾਧਨ ਹੈਗੇ ਨੇ। ਪਰ ਜੇ ਬੰਦੇ ਦੀ ਅੰਦਰ ਦੀ ਦੁਨੀਆ ਬਾਬਤ ਕਿਸੇ ਨੇ ਕੋਈ ਗਾਈਡ ਨਾ ਕੀਤਾ, ਰੌਸ਼ਨੀ ਨਾ ਦਿੱਤੀ, ਜਿਹਨੂੰ ਗੁਰੂ ਜਿੱਥੇ ਵਰਤਦਾ ਜਾ ਕੇ ਸਾਡੀ ਇਨਰ ਐਬਿਲਿਟੀ ਨੂੰ ਰੌਸ਼ਨ ਕਰਦਾ ਆ, ਫਿਰ ਮਹਾਰਾਜ ਕਹਿੰਦੇ ਸਭ ਹਨੇਰ ਹੀ ਆ, ਅੰਧਕੋਪੀ ਹੈ। ਇਸ ਕਰਕੇ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਤੇ ਮੈਂ ਕਈ ਵਾਰ ਬੇਨਤੀ ਕਰਦਾ, ਕਿਸੇ ਨੇ 100 ਚੰਦਰਮਾ ਚੜ੍ਹੇ ਨਹੀਂ ਵੇਖੇ ਕਦੇ। ਸੂਰਜ ਤੇ ਇੱਕ ਪੂਰਾ ਦੁਪਹਿਰ ਗਰਮੀ ਦੀ ਲੱਗ ਜੇ ਤੇ ਬਹੁਤ ਹੋ ਜਾਂਦਾ, 1000 ਸੂਰਜ ਕਿੱਥੋਂ ਚੜ੍ਹ ਜਾਏਗਾ, ਕਦੇ ਨਹੀਂ ਚੜ੍ਹਿਆ ਵੇਖਿਆ। ਇਹ ਮੈਟਾਫੋਰ ਹੈ ਸਾਰਾ, ਇਹ ਵਿਆਖਿਆ ਹੈ। ਇਸ ਸੰਸਾਰ ਦੇ ਵਿੱਚ ਜਿਹੜੀ ਬੰਦੇ ਦੀ ਇੰਟਲੈਕਟ ਐਬਿਲਿਟੀ ਹੈ ਇਹ ਵੱਧਦੀ ਹੈ, ਇਹਦਾ ਬੈਨੀਫਿਟ ਵੀ ਹੁੰਦਾ। ਅੱਜ ਬੌਧਿਕ ਲੈਵਲ ਤੇ ਆਪ ਦੇਖੋਗੇ ਜਨਰੇਸ਼ਨ ਬਾਏ ਜਨਰੇਸ਼ਨ ਕਿੰਨਾ ਵੱਡਾ ਫਰਕ ਪੈ ਰਿਹਾ ਹੈਗਾ। ਇੱਕ ਪਿਤਾ ਉਹ ਜੇ ਭਾਵੇਂ ਸਪੋਜ਼ ਕਰੋ ਕਿ ਮਿਲੇਨੀਅਮ ਜਨਰੇਸ਼ਨ ਦੇ ਨੇੜੇ ਤੇੜੇ ਹੀ ਪੈਦਾ ਹੋਇਆ, 90s ਵਿੱਚ ਪੈਦਾ ਹੋਇਆ, ਯੰਗ ਏਜ 'ਚ ਕਿਤੇ ਸ਼ਾਦੀ ਹੋ ਗਈ, ਬੱਚਾ ਹੋ ਗਿਆ, .com ਜਨਰੇਸ਼ਨ ਦਾ ਬੱਚਾ ਆ, ਤੇ ਅੱਜ ਉਹ 8-10 ਸਾਲ ਦਾ ਬੱਚਾ ਇੱਕ ਬਿਲਕੁਲ ਹਾਈਲੀ ਐਜੂਕੇਟਡ ਬਾਪ ਨੂੰ ਇਨਫੋਰਮੇਸ਼ਨ ਦੇ ਲੈਵਲ ਤੇ ਚੈਲੰਜ ਕਰ ਰਿਹਾ। ਜਿਵੇਂ ਉਹ ਜਿਸ ਸਮਾਰਟ ਲੈਵਲ ਤੇ ਡਿਵਾਈਸ ਯੂਜ਼ ਕਰਦਾ, ਗੈਜਟਸ ਯੂਜ਼ ਕਰਦਾ, ਫਾਦਰ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ, ਕਮਾਲ ਹੋ ਗਈ, ਇਹ ਕਿਵੇਂ ਹੋ ਗਿਆ। ਵੀ ਸੱਚ ਇਹ ਹੈ, ਇੰਨਾ ਕੁ ਹੋਣ ਦੇ ਨਾਲ, ਜਿਹਨੂੰ ਸਾਹਿਬ ਨੇ ਕਿਹਾ ਸੀਗਾ, ਨਾਲ ਅਯਾਣੇ ਦੋਸਤੀ ਕਦੇ ਨਾ ਆਵੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਇਹਨੂੰ ਜੇ ਹੋਰ ਬਾਤ ਆਈ ਉਸ ਲੈਵਲ ਤੇ ਸਿੰਪਲ ਕਰਕੇ ਕਹਾਂ, ਹਮੇਸ਼ਾ ਅਸੀਂ ਐਜ਼ ਏ ਕਾਉਂਸਲਰ ਕਈ ਵਾਰੀ ਕਹਿੰਦੇ ਆ, ਬੀ ਫਰੈਂਡਲੀ ਵਿਦ ਯੂਰ ਕਿਡਸ ਬਟ ਨੋਟ ਬੀ ਏ ਫਰੈਂਡ ਵਿਦ ਯੂਰ ਕਿਡ। ਦੇयर ਇਜ਼ ਬਿਗ ਡਿਫਰੈਂਸ। ਦੋਸਤਾਨਾ ਸੰਬੰਧ ਰੱਖੋ ਉਹਨਾਂ ਦੇ ਨਾਲ, ਪਰ ਉਹਨਾਂ ਦੇ ਦੋਸਤ ਨਾ ਬਣੋ। ਕਿਉਂਕਿ ਕਾਰਨ ਇਹ ਹੈਗਾ, ਮਾਂ ਬਾਪ ਇੱਕ ਅਥਾਰਟੀ ਫਿਗਰ ਆ। ਦੋਸਤ ਉਹਨਾਂ ਨੂੰ ਬੜੇ ਮਿਲ ਜਾਣਗੇ, ਪਰ ਜੇ ਉਹਨਾਂ ਦੀ ਅਥਾਰਟੀ ਫਿਗਰ ਲੂਜ਼ ਕਰ ਲਈ, ਉਹ ਨਹੀਂ ਮਿਲੇਗੀ। ਕਈ ਵਾਰ ਡਿਸੀਜ਼ਨ ਮੇਕਿੰਗ ਜਿਹੜੀ ਹੁੰਦੀ ਹੈ ਉਹ ਕਿਸੇ ਅਥਾਰਟੀ ਵੱਲੋਂ ਹੁੰਦੀ ਹੈ। ਆਹ ਡਿਸੀਜਨ ਹੈ ਭਾਈ ਫਰਮ। ਉੱਥੇ ਉਸ ਵਕਤ ਤੇ ਕਈ ਵਾਰੀ ਬੱਚੇ ਨੂੰ ਨਹੀਂ ਪਤਾ ਹੁੰਦਾ, ਪਰ ਬੱਚਾ ਅਨਕੌਂਸ਼ੀਅਸ ਲੈਵਲ ਤੇ ਕਈ ਵਾਰੀ ਇਸ ਚੀਜ਼ ਨੂੰ ਐਕਸੈਪਟ ਵੀ ਕਰ ਲੈਂਦਾ ਵੀ ਹਾਂ ਠੀਕ ਹੈ, ਇਹ ਵਾਕਿਆ 'ਚ ਇਹ ਡਿਸੀਜਨ ਇਹਨਾਂ ਨੂੰ ਬਣਾ ਲੈਣਾ ਚਾਹੀਦਾ ਹੈਗਾ। ਉਹ ਕਈ ਵਾਰੀ ਨਾ ਕਰਦਾ ਹੋਇਆ ਵੀ ਉਹਨਾਂ ਦੇ ਫੈਸਲੇ ਨੂੰ ਹਾਂ ਵਿੱਚ ਮੰਨ ਲੈਂਦਾ ਹੈ। ਜਿਹਨੂੰ ਬਹੁਤ ਸਿੰਪਲ ਕਰਕੇ ਬਿਆਨ ਕਰਾਂ, ਐਗਜ਼ਾਮਪਲ ਲੈ ਲਈਏ। ਇੱਥੇ ਮੇਰੇ ਬੜੇ ਪਿਆਰੇ ਮਿੱਤਰ ਹੈਗੇ ਨੇ, ਤੇ ਬੱਚੇ ਨੂੰ ਬੜਾ ਪਿਆਰ ਨਾਲ ਪਾਲਿਆ, ਬੱਚਾ ਵੀ ਬੜਾ ਪਿਆਰਾ, ਯੂਨੀਵਰਸਿਟੀ ਫਿਨਿਸ਼ ਕੀਤੀ, ਆਲਮੋਸਟ ਕੈਰੀਅਰ ਜਿੱਥੇ ਕੋਅਪ ਕਰਦਾ ਸੀਗਾ ਉੱਥੇ ਜੌਬ ਲੱਗ ਗਈ। ਇੱਕ ਫਰੈਂਡ ਸਰਕਲ ਸੀਗਾ ਉਹਦਾ ਆਪਣਾ, ਤੇ ਇੱਕ ਦਿਨ ਸ਼ਾਮ ਫਰੈਂਡਸ ਨੇ ਪ੍ਰੋਗਰਾਮ ਬਣਾਇਆ ਕਿਤੇ ਬਾਹਰ ਜਾਣ ਦਾ, ਲੇਟ ਨਾਈਟ ਪ੍ਰੋਗਰਾਮ ਦੇ ਵਿੱਚ, ਤੇ ਉਸ ਨੂੰ ਕੁਛ ਸ਼ਾਇਦ ਠੀਕ ਨਹੀਂ ਲੱਗਾ, ਕਿਉਂਕਿ he was totally non-drinker, non-smoker, kind of a religious or spiritual personality, you can say. Not on that level, but he is a practicing Sikh, I should say. तो किते आज शाम जाना, जिमें सवेरे पहला अपने डैड को आया, डैड नाल गलबात की, तो फॉर्चुनेटली डैड ਉਹਦੇ भी साइकोलॉजिस्ट ने। ਹੁਣ ਉਹ ਬੰਦਾ ਸ਼ਖਸ ਖੁਦ ਇਹਨਾਂ ਐਕਸਪਰਟ ਹੈ ਸਾਰੇ ਫੀਲਡ ਦੇ ਵਿੱਚ, ਤੇ ਉਹ ਆਇਆ ਪਹਿਲਾਂ ਇੱਕ ਵਾਰੀ ਆ ਕੇ ਕੁਝ ਸਮਾਨ ਲੈਣ ਵਾਸਤੇ ਆਇਆ, ਦੂਜੀ ਵਾਰੀ ਫਿਰ ਉਸਨੇ ਕੁਛ ਗੱਲਬਾਤ ਕੀਤੀ, ਤੀਜੀ ਵਾਰੀ ਫਿਰ, ਤੇ ਉਹ ਕਹਿੰਦਾ ਵੀ ਬੇਟਾ ਦੇਖ ਤੇਰੇ ਮਨ 'ਚ ਕੁਛ ਚੱਲ ਰਿਹਾ ਹੈ, ਤੂੰ ਮੈਨੂੰ ਦੱਸਣਾ ਚਾਹੁੰਦਾ, ਪਲੀਜ਼ ਟੈਲ ਮੀ। ਮੈਂ ਵੀ ਸਮਝ ਗਿਆ ਵੀ ਕੋਈ ਗੱਲਬਾਤ ਹੈ। ਨੋ ਡੈਡ ਨਥਿੰਗ, ਜਸਟ ਐਕਚੁਅਲੀ। ਨਹੀਂ ਫਿਰ ਵੀ ਸ਼ਾਮ ਦਾ ਕੀ ਪ੍ਰੋਗਰਾਮ ਹੈ ਤੇਰਾ, ਕੀ ਹੈ, ਕੱਲ੍ਹ ਕੀ ਹੋਇਆ ਸੀਗਾ, ਕੱਲ੍ਹ ਕੁਛ ਹੋਇਆ, 2-4 ਗੱਲਾਂ ਹੋਈਆਂ। ਖੈਰ ਉਹਨੇ ਦੱਸਤਾ, ਕਹਿ ਲਗਾ ਵੀ ਡੈਡ ਗੱਲ ਇਹ ਹੈ ਵੀ ਵੀ ਹੈਵ ਪਲਾਨ ਟੂ ਗੋ ਸਮਵੇਅਰ, ਬਟ ਸਮ ਹਾਓ I don't know I should go or not. If I say no, my friends gonna be mad at me.
ਬਿਕੋਜ਼ ਪ੍ਰੋਗਰਾਮ ਬੜੇ ਦਿਨਾਂ ਦਾ ਬਣਾਇਆ, ਮੈਨੂੰ ਉਦੋਂ ਕਹਿਣਾ ਚਾਹੀਦਾ ਸੀਗਾ। ਇਫ ਆਈ ਸੇ ਯੈਸ, ਸਮਹਾਉ I felt I should not be there at all. So I have no clue what to say. ਉਹ ਹੁਣ ਸਪੋਜ਼ ਕਰੋ ਕਿ ਜਨਰਲ ਪੇਰੈਂਟ ਤੇ ਹੁੰਦਾ ਤਾਂ ਉਹਨੇ ਕਹਿਣਾ ਸੀਗਾ, ਖਬਰਦਾਰ ਤੂੰ ਬਿਲਕੁਲ ਸੋਚਣਾ ਵੀ ਨਹੀਂ ਇਹੋ ਜਿਹੇ ਕੰਮ ਬਾਰੇ, ਜਾਣਾ ਤੇ ਦੂਰ ਦੀ ਗੱਲ ਰਹੀ, ਪਾਗਲ ਹੈ ਤੂੰ, ਇਹ ਤੇ ਬਾਈ ਚਾਂਸ ਮੈਂ ਉਗਲਵਾ ਲਿਆ ਤੇਰੇ ਤੋਂ, ਨਹੀਂ ਤੇ ਤੂੰ ਤੇ ਸਾਰੀ ਗੜਬੜ ਕਰ ਦੇਣੀ ਸੀਗੀ। ਹੁਣ ਵੀਰ ਜੀ ਸੀਗੇ, ਉਹ ਕਹਿੰਦੇ ਨੋ ਡਾਊਟ ਬੀਇੰਗ ਏ ਫਾਦਰ ਮੇਰੇ ਅੰਦਰ ਉਬਲਾ ਉਬਾਲਾ ਆਵੇ ਵੀ ਕਹਿ ਦਿਆਂ ਪਰ ਫਿਰ ਰੋਕਾਂ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ। ਖੈਰ ਕਹਿੰਦੇ ਵੀ ਇਸ ਤਰ੍ਹਾਂ ਹੈ ਕਿ ਮੇਰੀ ਕੋਈ ਬੜੀ ਜ਼ਰੂਰੀ ਅਸਾਈਨਮੈਂਟ ਹੈ ਤੇ ਮੈਂ ਕੰਮ ਕਰ ਰਿਹਾ, ਇਫ ਯੂ ਅਲਾਓ ਮੀ ਫਿਊ ਮਿਨਟਸ ਦੈਨ ਆਈ ਵਿਲ ਟਾਕ ਟੂ ਯੂ ਅਬਾਊਟ ਦਿਸ ਟੌਪਿਕ। ਠੀਕ ਹੈ ਜੀ। ਉਹ ਮਾੜੇ ਜਿਹੇ ਕਮਰੇ ਤੋਂ ਬਾਹਰ ਹੋਇਆ, ਰਾਈਟ ਵੀ ਮੈਨੂੰ ਫੋਨ ਲਾਤਾ, ਕਹਿੰਦੇ ਆਹ ਗੱਲ ਬਣੀ ਹੈ। ਮੈਂ ਕਿਹਾ ਜੀ ਤੁਸੀਂ ਮੇਰੇ ਤੋਂ ਸਿਆਣੇ ਹੋ ਤੁਸੀਂ? ਕਹਿੰਦੇ ਨਹੀਂ ਕਹਿੰਦੇ ਮੈਂ ਤਾਂ ਕਹਿਣ ਲੱਗਾ ਜੀ ਸਾਰਾ ਕੁਛ। ਕਿਹਾ ਨਹੀਂ? ਮੈਂ ਕਹਿੰਦੇ ਕਿਹਾ ਨਹੀਂ। ਮੈਂ ਕਿਹਾ ਦੈਟਸ ਅ ਗੁੱਡ ਥਿੰਗ ਹੈ ਨਾ। ਕਹਿੰਦੇ ਫਿਰ ਹੁਣ ਕੀ ਕੀਤਾ ਜਾਏ? ਮੈਂ ਕਿਹਾ ਵੀ ਆਈ ਹੈਵ ਨੋ ਕਲੂ, ਤੁਸੀਂ ਦੇਖੋ ਕੀ ਕਹਿਣਾ। ਖੈਰ 2-4 ਗੱਲਾਂ ਬਾਤਾਂ ਹੋਈਆਂ ਸਾਡੀਆਂ। ਮੈਂ ਕਿਹਾ ਆਪਣੇ ਇਮੋਸ਼ਨਸ ਨੂੰ ਹੋਲਡ ਕਰਿਆ ਜੇ, ਆਪਣੇ ਡਰ ਨੂੰ ਵੀ ਹੋਲਡ ਕਰਿਆ ਜੇ, ਤੇ ਪਰ ਇਨ ਏ ਵੇ ਉਹਨੂੰ ਡਿਸੀਜ਼ਨ ਮੇਕਿੰਗ ਦੇ ਵਿੱਚ ਹੈਲਪ ਚਾਹੀਦੀ ਹੈ, ਤੇ ਹੈਲਪ ਜ਼ਰੂਰ ਕਰਨੀ ਉਹਦੀ, ਇਹ ਜ਼ਰੂਰੀ ਹੈ। ਖੈਰ ਅਸੀਂ ਲੰਮੀ ਚੌੜੀ ਡਿਸਕਸ਼ਨ ਤੋਂ ਬਾਅਦ ਇੱਕ ਜਿਹੜੀ ਚੀਜ਼ ਆਨਸਰ ਵਾਸਤੇ ਤਿਆਰ ਕੀਤੀ ਉਹ ਇਹ ਸੀਗੀ ਕਿ ਉਹ ਦੁਬਾਰਾ ਫਿਰ ਆਇਆ, ਕਹਿੰਦਾ ਵੀ ਡੈਡ ਸੋ ਵਾਟਸ ਯੂਰ ਸੁਜੈਸ਼ਨ। ਉਹ ਕਹਿੰਦਾ ਬੇਟਾ ਵੀ ਬਾਤ ਇਹ ਹੈ ਕਿ ਆਈ ਵਿਲ ਨੋਟ ਮੇਕ ਯੂਰ ਡਿਸੀਜਨ ਐਟ ਆਲ, ਇਟਸ ਯੂਰ ਡਿਸੀਜਨ, ਬਿਕੋਜ਼ ਮੈਨੂੰ ਪਤਾ ਮੇਰਾ ਬੇਟਾ ਸਿਆਣਾ ਆ, ਮੈਨੂੰ ਪਤਾ ਮੇਰਾ ਬੇਟਾ ਮੈਚਿਓਰ ਆ, ਤੇ ਈਵਨ ਯੂ ਡੋਂਟ ਹੈਵ ਟੂ ਟੈਲ ਮੀ ਵਟ ਯੂ ਆਰ ਡੂਇੰਗ, ਯੂ ਆਰ ਮੈਚਿਓਰ ਐਨਫ। ਇਸ ਕਰਕੇ ਮੈਨੂੰ ਵਿਸ਼ਵਾਸ ਹੈ ਕਿ ਤੂੰ ਡਿਸੀਜਨ ਸਹੀ ਬਣਾਏਗਾ। ਪੂਰੀ ਇੰਪਾਵਰਮੈਂਟ ਦੇਤੀ। ਹੁਣ ਇਹਦਾ ਮਤਲਬ ਸਮਝੋ, ਇਹਦਾ ਮਤਲਬ ਹੈ ਉਹਨੂੰ ਆਪਣੇ ਐਕਸ਼ਨ ਵਾਸਤੇ ਅਕਾਊਂਟੇਬਲ ਬਣਾਤਾ। ਹੁਣ ਤੇ ਮੋਢਿਆਂ ਤੇ ਵਜਨ ਹੋਰ ਵੱਧ ਗਿਆ। ਪਿਓ ਮਾਈ ਗੁੱਡਨੈਸ, ਇਹ ਤੇ ਸਿੱਧੇ ਤੌਰ ਤੇ ਗਾਲਾਂ ਕੱਢਣ ਨਾਲੋਂ ਉਹਨੂੰ ਰੋਕਣ ਨਾਲੋਂ ਇਹ ਸਾਰੇ ਨਾਲੋਂ ਆਹ ਮਸਲਾ ਤੇ ਬੜਾ ਜ਼ਬਰਦਸਤ ਹੋ ਗਿਆ। ਅਖੀਰ ਬਾਤ ਇੱਥੇ ਆਈ, ਉਹ ਕਹਿੰਦਾ ਵੀ ਫਿਰ ਵੀ ਡੈਡ ਆਈ ਰੀਅਲੀ ਨੀਡ ਯੂਰ ਹੈਲਪ, should I say no or yes? ਉਹ ਕਹਿੰਦਾ ਬੇਟਾ ਵੀ ਜਸਟ ਆਈ ਕੈਨ ਸੇ ਯੂ ਓਨਲੀ ਵਨ ਥਿੰਗ, ਇਫ ਆਈ ਐਮ ਐਟ ਯੂਰ ਪਲੇਸ, ਜੇ ਮੈਂ ਤੇਰੀ ਥਾਂ ਤੇ ਹੋਵਾਂ ਇਸ ਰੂਪ ਦੇ ਵਿੱਚ, ਤੇ ਮੈਨੂੰ ਕਿਸੇ ਚੀਜ਼ 'ਚ ਕੋਈ ਡਾਇਲੇਮਾ ਹੋਏ, ਕੋਈ ਡਾਊਟ ਹੋਏ, ਮੈਂ ਨਹੀਂ ਜਾਵਾਂਗਾ। ਇਟਸ ਮਾਈ ਡਿਸੀਜਨ, ਇਟਸ ਨੋਟ ਯੂਰ ਡਿਸੀਜਨ, ਬਟ ਇਫ ਆਈ ਐਮ ਐਟ ਯੂਰ ਪਲੇਸ ਆਈ ਵਿਲ ਨੋਟ ਗੋ। ਉਹ ਕਹਿੰਦਾ ਥੈਂਕ ਯੂ ਵੈਰੀ ਮਚ ਡੈਡ, ਆਈ ਗॉट ਇਟ। ਹੁਣ ਇਹ ਕੀ ਹੈ? ਅਥਾਰਟੀ ਨੇ ਡਿਸੀਜਨ ਬਣਾਇਆ। ਹਾਂ, ਅਥਾਰਟੀ ਨੂੰ ਡਿਸੀਜਨ ਡਿਲੀਵਰ ਕਰਨਾ ਹੁੰਦਾ, ਇਹ ਪੱਕੀ ਗੱਲ ਹੈ। ਕਈ ਵਾਰ ਕੀ ਹੁੰਦੀ ਹੈ ਕਿ ਅਥਾਰਟੀ ਡਿਸੀਜਨ ਬਣਾ ਕੇ ਉਹਨੂੰ ਡਿਲੀਵਰ ਨਹੀਂ ਕਰ ਪਾਉਂਦੀ। ਕੈਨੇਡੀਅਨ ਗਵਰਨਮੈਂਟ ਇਜ਼ ਅਥਾਰਟੀ, they have made some decisions and some decisions are not actually acceptable in society, such as vaccine passport। ਉਹ ਸੱਚਾਈ ਇਹ ਹੈ, ਹੋਇਆ ਕਿ ਉਹਨਾਂ ਨੇ ਵੱਡੀ ਹਿੱਸੇ ਨੂੰ ਤੇ ਸਰਵ ਕਰ ਲਿਆ, ਪਰ ਕੁਝ ਹਿੱਸੇ ਨੂੰ ਡਿਲੀਵਰ ਨਹੀਂ ਕਰ ਪਾਏ ਪ੍ਰੋਪਰਲੀ। ਪਤਾ ਉਹਨਾਂ ਨੂੰ ਇਹ ਵੀ ਅਥਾਰਟੀ ਡਿਸੀਜਨ ਬਣਾ ਰਹੀ, ਮੈਡੀਕਲ ਬਾਡੀ ਡਿਸੀਜਨ ਬਣਾ ਰਹੀ, ਸਾਇੰਟਿਸਟ ਡਿਸੀਜਨ ਬਣਾ ਰਹੇ, ਭਾਈ ਇਹਨੂੰ ਐਕਸੈਪਟ, ਪਰ ਜਿਸ ਤਰੀਕੇ ਨਾਲ ਡਿਲੀਵਰ ਹੋ ਰਿਹਾ ਉਹਨੂੰ ਐਕਸੈਪਟ ਨਹੀਂ ਕੀਤਾ ਕਰ ਪਾ ਰਿਹਾ। ਇਹ ਵੀ ਇੱਕ ਰਿਲੇਸ਼ਨਸ਼ਿਪ ਦੀ ਬਾਤ ਹੁੰਦੀ ਹੈ। ਬਟ ਜਿਹੜੀ ਮੈਂ ਬਾਤ ਕਰ ਰਿਹਾ ਇੱਥੇ, ਬੀ ਫਰੈਂਡਲੀ ਵਿਦ ਯੂਰ ਕਿਡਸ ਬਟ ਨੋਟ ਏ ਫਰੈਂਡ, ਕਿਉਂਕਿ ਕਈ ਵਾਰ ਉਹਨਾਂ ਨੂੰ ਅਥਾਰਟੀ ਦੀ ਲੋੜ ਹੁੰਦੀ, ਉਸ ਅਥਾਰਟੀ ਦੇ ਵਾਸਤੇ ਪੇਰੈਂਟਸ ਦਾ ਹੋਣਾ ਉੱਥੇ ਲਾਜ਼ਮੀ ਹੈ। ਜੋ ਅਸੀਂ ਬਚਨ ਵਿਚਾਰ ਰਹੇ ਇੱਥੇ, ਸਾਹਿਬ ਮਹਾਰਾਜ ਜੋ ਇੱਥੇ ਬਿਆਨ ਕਰਦੇ, ਕਈ ਵਾਰ ਸਾਨੂੰ ਆਪਣੇ ਮਨ ਮੰਡਲ ਵਾਸਤੇ ਇੱਕ ਅਥਾਰਟੀ ਦੀ ਲੋੜ ਹੁੰਦੀ ਹੈ, ਤੇ ਉਹ ਗੁਰੂ ਹੈ। ਜੇ ਉਹ ਨਹੀਂ ਹੋਏਗਾ, ਅੰਧ ਅੰਧਾਰ ਭਟਕ ਜਾਾਂਗੇ ਹਨੇਰੇ ਦੇ ਵਿੱਚ, ਰੋਸ਼ਨੀ ਨਹੀਂ ਦਿਸੇਗੀ। ਭਾਵੇਂ ਜਿੰਨੇ ਮਰਜ਼ੀ ਐਜੂਕੇਟਡ ਆ, ਜਿੰਨੇ ਮਰਜ਼ੀ ਅਸੀਂ ਪ੍ਰੋਫੈਸ਼ਨਲ ਆ, ਜੋ ਮਰਜ਼ੀ, ਇੱਕ ਡਿਸੀਜਨ ਹੁੰਦਾ ਮੇਰੇ ਗੁਰੂ ਦਾ ਹੁਕਮ ਹੈ ਮੇਰੇ ਵਾਸਤੇ, ਦੈਟਸ ਐਨਫ। ਮੇਰੇ ਗੁਰੂ ਨੇ ਕਿਹਾ, ਬੀਇੰਗ ਏ ਸਿੱਖ ਆਈ ਐਮ ਫਾਲੋਵਰ ਦਿਸ ਆਈਡੀਓਲੋਜੀ। ਇਹਦੇ ਤੋਂ ਬਿਨਾਂ ਅੰਧਾਰ ਹੈ, ਬੰਦਾ ਗਵਾਚ ਜਾਏਗਾ। ਇੱਥੇ ਕਿਹਾ ਬਾਜ ਗੁਰੂ ਹੈ ਅੰਧ ਅੰਧਾਰਾ, ਜਮਕਾਲ ਗਰਠੇ ਕਰੇ ਪੁਕਾਰਾ। ਤੇ ਇਹ ਰਿਲੇਸ਼ਨਸ਼ਿਪ ਪਹਿਲਾਂ ਬਣਾਉਣੀ ਹੁੰਦੀ ਹੈ, ਜਿਵੇਂ ਫਾਦਰ ਸਨ ਦੀ ਰਿਲੇਸ਼ਨਸ਼ਿਪ ਦੀ ਬਾਤ ਕੀਤੀ, ਪਹਿਲਾਂ ਬਣੀ ਹੈ, ਇਹ ਬੌਂਡ ਪਹਿਲਾਂ ਬਣਿਆ। ਉਸ ਦਿਨ ਉਹਨੂੰ ਸਿਰਫ ਇੱਕ ਐਕਸਰਸਾਈਜ਼ ਕੀਤਾ, ਇਨ ਬਿਨ ਗੁਰੂ ਨਾਲ ਇੱਕ ਰਿਸ਼ਤਾ ਆ। ਜੇ ਚੀਜ਼ ਨਹੀਂ ਹੋਏਗੀ, ਜਮਾਂ ਦੀ ਮਾਰ ਪਏਗੀ। ਤੇ ਜਮ ਲਿਟਰਲੀ ਤੌਰ ਤੇ ਡਾਂਗਾ ਲੈ ਕੇ ਨਹੀਂ ਕੁੱਟਦੇ,
ਜੰਮ ਦਾ ਕੁੱਟਣਾ ਇਹੀ ਹੁੰਦਾ ਹੈ, ਜਦੋਂ ਬੰਦੇ ਨੂੰ ਰਾਤ ਨੂੰ ਨੀਂਦ ਨਾ ਆਵੇ, ਦਿਨੇ ਚੈਨ ਨਾ ਆਵੇ ਬੰਦੇ ਦੇ ਅੰਦਰ। ਆਪ ਦੇਖੋਗੇ ਅੱਜ ਬਹੁਤ ਸਾਰੇ ਫਿਜ਼ੀਓਜ਼, ਕੈਰੋਪ੍ਰੈਕਟਰ, ਸਾਰੇ ਇਹਨਾਂ ਦੇ ਕੋਲ ਲੋਕਾਂ ਦੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ। ਤੁਸੀਂ ਕੀ ਸੋਚਦੇ ਹੋ ਸਾਰੇ ਐਕਸੀਡੈਂਟ ਵਾਲੇ ਆ ਰਹੇ ਨੇ ਉੱਥੇ? ਸਾਰੇ ਉਹ ਲੋਕ ਆ ਰਹੇ ਨੇ ਜਿੱਦਾਂ ਕੋਈ ਮਸਲ ਪੁੱਲ ਹੋ ਗਿਆ, ਜਿਹਦੀ ਕੋਈ ਨਹੀਂ, ਉਹ ਲੋਕ ਆ ਰਹੇ ਜਿਨ੍ਹਾਂ ਨੂੰ ਮੋਢਿਆਂ 'ਚ ਪੀੜਾਂ ਹੁੰਦੀਆਂ, ਜਿਨ੍ਹਾਂ ਦੀ ਨੈਕ 'ਚ ਪੀੜ ਹੁੰਦੀ, ਸਰਵਾਈਕਲ ਪੇਨ ਹੁੰਦੀਆਂ, ਲੱਕ ਪੇਨ ਹੁੰਦਾ, ਕਿਤੇ ਡਿੱਗੇ ਸੋ ਨਹੀਂ, ਕੋਈ ਐਕਸੀਡੈਂਟ ਨਹੀਂ ਹੋਇਆ। ਹੋਇਆ ਕੀ ਹੈ ਫਿਰ? ਪਤਾ ਨਹੀਂ ਕੀ ਹੋਇਆ। ਡਾਕਟਰ ਕਹਿ ਰਿਹਾ ਸਟ੍ਰੈਸ ਆ, ਮੈਨੂੰ ਨਹੀਂ ਪਤਾ, ਮੇਰੇ ਮੋਢੇ ਪੀੜ ਕਰੀ ਜਾਂਦੇ ਨੇ। ਵਾਟ ਇਜ਼ ਦਿਸ? ਜਮਕਾਲ ਹੋਰ ਕਿਵੇਂ ਗਰਠੇਗਾ, ਹੋਰ ਕਿਵੇਂ ਕੁੱਟ ਪਏਗੀ, ਹੋਰ ਕਿਵੇਂ ਮਾਰ ਪਏਗੀ? ਆਹੀ ਹੈ ਸਾਰਾ ਕੁਛ। ਗੁਰੂ ਬਾਬਾ ਜੀ ਕਹਿੰਦੇ ਜੇ ਗੁਰੂ ਨਾ ਹੋਇਆ, ਜੇ ਉਹ ਰਾਹ ਨਾ ਦਿਸਿਆ, ਜਮਕਾਲ ਗਰਠੇ ਕਰੇ ਪੁਕਾਰਾ, ਅਨਦਿਨ ਰੋਗੀ ਵਿਸ਼ਟਾ ਕੇ ਕੀੜੇ। ਵਿਸ਼ਟਾ ਇਹ ਤਾਂ ਐਕਚੁਅਲੀ ਧਰਤੀ ਦਾ ਮੈਨਿਊਰ ਆ, ਜਿਹੜਾ ਸਾਡਾ ਹਿਊਮਨ ਬੋਡੀ ਦਾ ਸਟੂਲ ਕਹਿ ਲਓ। ਇਸ ਨੂੰ ਅਸੀਂ ਜਦੋਂ ਅੱਜ ਦੀ ਦੁਨੀਆ 'ਚ ਦੇਖਦੇ ਹਾਂ ਕਿ ਐਜ਼ ਏ ਕੰਪੋਜ਼ ਕਰਕੇ ਉਹਨੂੰ ਯੂਜ਼ ਕੀਤਾ ਜਾਂਦਾ ਉਸ ਰੂਪ ਦੇ ਵਿੱਚ। ਪਰ ਜਿਹੜੀ ਐਕਚੁਅਲੀ ਵਿਸ਼ਟਾ ਆ, ਵਿਸ਼ਟਾ ਦਾ ਮਤਲਬ ਹੁੰਦਾ ਹੈ ਜਿਹਨੂੰ ਅਸੀਂ ਲਾਈਕ ਨਹੀਂ ਕਰਦੇ, ਜਿਹਦੇ 'ਚੋਂ ਸੜਹਾਂਦ ਆਉਂਦੀ, ਜੇ ਤੁਸੀਂ ਦੂਰੀ ਬਣਾਉਂਦੇ। ਸਭ ਤੋਂ ਵੱਡੀ ਵਿਸ਼ਟਾ ਸਾਡੇ ਮਨ ਮੰਡਲ 'ਚ ਰਹਿੰਦੀ, ਵਿਚਾਰਾਂ ਦੀ, ਖਿਆਲਾਂ ਦੀ, ਇਹੋ ਜਿਹੀਆਂ ਸੋਚਾਂ ਦੀ ਜਿਹੜੀ ਹੋਣੀ ਨਹੀਂ ਚਾਹੀਦੀ। ਜੇ ਗੁਰੂ ਨਾ ਹੋਏ, ਜੇ ਗੁਰੂ ਦਾ ਵਿਚਾਰ ਨਾ ਹੋਏਗੀ ਅੰਦਰ, ਫਿਰ ਵਿਸ਼ਟਾ ਦਾ ਕੀੜਾ ਹੈ, ਰੋਗੀ ਹੈ। ਇਹ ਰੋਗੀ ਮਾਨਸਿਕਤਾ ਸਮਾਜ ਵਿੱਚ ਦੇਖਦੇ ਹੋ, ਜਿਹਨੂੰ ਵਕਤ ਬਾ ਵਕਤ ਲੋਕੀ ਜਿਹੜਾ ਹੈਗਾ ਐਕਸਰਸਾਈਜ਼ ਕਰਦੇ, ਕਿਤੇ ਵਕਾਰਾਂ ਦੇ ਵਿੱਚ, ਕਿਤੇ ਵਾਸ਼ਨਾ ਦੇ ਵਿੱਚ, ਕਿਤੇ ਕ੍ਰੋਧਾ ਬਿਰਤੀ ਦੇ ਵਿੱਚ, ਆਪਣੇ ਘਰ ਦੇ ਜੀਆਂ ਨੂੰ। ਡੋਮੈਸਟਿਕ ਵਾਇਲੈਂਸ ਕੀ ਹੈ? ਵਿਸ਼ਟਾ ਦੀ ਕੀੜ ਹੈ, ਹੋਰ ਕੀ ਹੈ? ਰੋਗ ਹੈ, ਬਿਮਾਰੀ ਹੈ। ਘਰ ਦੇ ਜੀਆਂ ਨੂੰ ਤਾਂ ਲੋਕੀ ਪਿਆਰ ਕਰਦੇ। ਸਵੇਰੇ ਜਿਹਦੇ ਵਾਸਤੇ ਬੁਕੇ ਖਰੀਦ ਕੇ ਗਿਆ ਸੀਗਾ, ਰਾਤ ਨੂੰ ਉਹਦੇ ਨਾਲ ਕੁੱਟ ਕਟਾਪਾ ਹੋ ਰਿਹਾ। ਵਾਟ ਇਜ਼ ਦਿਸ? ਇਹ ਰੋਗ ਆ, ਇਹ ਵਿਸ਼ਟਾ ਤੇ ਕੀੜ ਆ। ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਅਲਾਮਤਾਂ ਮਹਾਰਾਜ ਬਿਆਨ ਕਰਦੇ। ਅਨਦਿਨ ਰੋਗੀ ਵਿਸ਼ਟਾ ਕੇ ਕੀੜੇ, ਵਿਸ਼ਟਾ ਮੈਂ ਦੁੱਖ ਪਾਵਣਿਆ। ਬਿਲਕੁਲ ਅੰਤਲਾ ਲਾਈਨ ਲੈ ਲਈਏ, ਗੁਰਮੁਖ ਆਪੇ ਕਰੇ ਕਰਾਏ। ਗੁਰੂ ਨੂੰ ਪਤਾ ਹੈ ਮੈਂ ਕੋਈ ਨਹੀਂ ਕਰਤਾ, ਕਰਨ ਵਾਲਾ ਆਪ ਹੈ। ਜੇ ਤਰਸ ਕਰੇਗਾ ਮੈਨੂੰ ਗੁਰੂ ਦੇ ਨੇੜੇ ਰੱਖੇਗਾ। ਅਰਦਾਸਾਂ ਕਰਦਾ ਬੰਦਾ, ਗੁਰੂ ਦਾ ਪੱਲਾ ਫੜਾਈ ਮਾਲਕਾ, ਗੁਰੂ ਵਾਲੇ ਰਾਹ ਤੇ ਤੋਰੀ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦਾ ਵੁੱਠਾ ਆਪ ਆਏ। ਗੁਰਮੁਖ ਨੂੰ ਇਹ ਲੱਗਦਾ ਮੇਰੇ ਹਿਰਦੇ 'ਚੋਂ ਉੱਠ ਗਿਆ, ਉਹਨੇ ਮੇਰੇ ਹਿਰਦੇ 'ਚ ਉਹ ਕਹਿ ਲਓ ਕਿ ਇੱਕ ਉਮੰਗ ਪੈਦਾ ਕੀਤੀ, ਜਿਹਦੇ ਨਾਲ ਮੈਂ ਚੰਗਿਆਈ ਤੇ ਅੱਛਾਈ ਨੂੰ ਪ੍ਰਣਾਣ ਤੇ ਕਮਾਉਣ ਵਾਸਤੇ ਰਾਜ਼ੀ ਹੋ ਗਿਆ। ਅਦਰਵਾਈਜ਼ ਬੰਦੇ ਨੂੰ ਅਪੋਰਚੁਨਿਟੀਜ਼ ਮਿਲਦੀਆਂ ਨੇ ਸੰਸਾਰ ਵਿੱਚ ਅੱਛਾਈਆਂ ਕਮਾਉਣ ਦੀਆਂ, ਬੰਦਾ ਉਹਨਾਂ ਨੂੰ ਅਵੇਲ ਨਹੀਂ ਕਰਦਾ। ਇੱਥੇ ਕਿਹਾ ਮਾਲਕ ਨੇ ਮੈਨੂੰ ਇਹ ਤਰਸ ਕਰ ਦਿੱਤਾ ਕਿ ਗੁਰਮੁਖ ਹਿਰਦਾ ਉੱਠਾ ਆਪ ਆਏ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਹੇ ਨਾਨਕ ਕਹਿ ਨਾਮ ਹੀ ਵਡਿਆਈ ਹੈ, ਕਿਉਂਕਿ ਜਿਹੜੀ ਬਾਤ ਹੋ ਰਹੀ ਸੁਹਾਵਣੇ ਜੀਵਨ ਦੀ, ਸੁਹੱਪਣ ਦੀ, ਖੁਸ਼ੀ ਦੀ, ਇਹ ਸਭ ਨਾਮ ਹੈ। ਤੇ ਕਿਆ ਪੂਰੇ ਗੁਰ ਤੇ ਪਾਵਣਿਆ, ਤੇ ਪੂਰਾ ਗੁਰੂ ਹੀ ਇਹਦਾ ਸੋਰਸ ਆ। ਅਗਲੇ ਸਾਰੇ ਸ਼ਬਦ ਆਲਮੋਸਟ ਇਸੇ ਡਾਇਰੈਕਸ਼ਨ ਵਿੱਚ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਨੇ ਉਚਾਰਨ ਕੀਤੇ ਨੇ, ਜਿਨ੍ਹਾਂ ਦੀ ਵਿਵੇਚਨਾ ਵਿਆਖਿਆ ਹੁੰਦੇ ਸਮੇਂ 'ਚ ਅਸੀਂ ਲਗਾਤਾਰ ਇਸ ਤਰ੍ਹਾਂ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਭਾਈ ਸਾਹਿਬ ਸਮੁੱਚੀ ਸਮਾਪਤੀ ਕਰਨਗੇ, ਮੈਂ ਇਜਾਜ਼ਤ ਚਾਹਾਂਗਾ। ਪੁਲਾਨਾ 'ਚ ਤਾਰਦੇ ਹੋਏ ਸਭ ਪ੍ਰੇਮ ਆਵਾਜ਼ਾਏ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।